हाँ जी स्टूडेंट, सो ਅੱਜ ਦਾ ਟੌਪਿਕ ਹੈ ਉਹ ਹੈ ਆਈਪੀ ਐਡਰੈਸਸ। ਠੀਕ ਹੈ, ਸੋ ਪਿਛਲੇ ਲੈਕਚਰ ਦੇ ਵਿੱਚ ਆਪਾਂ ਆਲਰੇਡੀ ਮੋਡਮ ਤੱਕ ਦੇਖ ਲਿਆ ਸੀ, ਫੰਕਸ਼ਨਸ ਆਫ ਮੋਡਮ ਤੱਕ। ਸੋ ਦਿਸ ਇਜ਼ ਆਈਪੀ ਐਡਰੈਸਸ। ਆਈਪੀ ਸਟੈਂਡਸ ਫॉर ਬੇਸਿਕਲੀ ਇੰਟਰਨੈਟ ਪ੍ਰੋਟੋਕੋਲ। ਠੀਕ ਹੈ, ਸੋ ਤੁਸੀਂ ਪਹਿਲਾਂ ਵੀ ਪੜਿਆ ਹੋਊਗਾ। ਆਈਪੀ ਸਟੈਂਡਸ ਫॉर ਇੰਟਰਨੈਟ ਪ੍ਰੋਟੋਕੋਲ। ਆਈਪੀ ਕੀ ਚੀਜ਼ ਹੈ, ਆਈਪੀ ਐਡਰੈਸ ਕੀ ਚੀਜ਼ ਹੈ? ਆਈਪੀ ਐਡਰੈਸ ਬੇਸਿਕਲੀ ਜਿਵੇਂ ਤੁਹਾਡਾ ਕਲਾਸ ਦੇ ਵਿੱਚ ਇੱਕ ਰੋਲ ਨੰਬਰ ਹੁੰਦਾ ਹੈ। ਠੀਕ ਹੈ स्टूडेंट्स, मेरी वॉइस ऑडिबल है ना? Yes, sir. ओके फाइन। Yes, sir. ओके जी। So IP addresses is just like a roll number that has been assigned to a student so that a teacher can identify the student. So IP address ਉਸੇ ਤਰ੍ਹਾਂ ਹੀ ਕੰਪਿਊਟਰ ਦਾ ਕੀ ਹੁੰਦਾ ਹੈ, ਇੱਕ ਯੂਨੀਕ ਨੰਬਰ ਹੁੰਦਾ ਹੈ। ਯੂਨੀਕ ਇਨ ਦ ਸੈਂਸ ਨੈਟਵਰਕ ਦੇ ਵਿੱਚ। ਠੀਕ ਹੈ, ਹੋ ਸਕਦਾ ਹੈ ਕਿ ਮੈਂ ਅਗਰ ਅਲੱਗ ਨੈਟਵਰਕ ਦੇ ਵਿੱਚ ਬੈਠਾਂਗਾ, ਮੰਨ ਲਓ ਮੇਰੀ ਲੈਬ ਅਲੱਗ ਹੈ, ਕਿਸੇ ਦੀ ਲੈਬ ਹੋਰ ਹੈ, ਤਾਂ ਉਹਨਾਂ ਦੋਨਾਂ ਲੈਬਸ ਦੇ ਵਿੱਚ ਹੋ ਸਕਦਾ ਹੈ A ਦੇ ਵਿੱਚ ਵੀ ਇੱਕ IP ਐਡਰੈਸ ਯੂਜ਼ ਹੋ ਰਿਹਾ ਹੋਵੇ, B ਦੇ ਵਿੱਚ ਵੀ ਸੇਮ IP ਐਡਰੈਸ ਯੂਜ਼ ਹੋ ਰਿਹਾ ਹੋਵੇ। ਦੈਟ ਇਜ਼ ਪੋਸੀਬਲ। ਬਟ ਵਿਦਿਨ ਅ ਨੈਟਵਰਕ, ਇੱਕ ਨੈਟਵਰਕ ਦੇ ਵਿਦਿਨ, ਫॉर एग्जांपल ਇੱਕ ਲੈਬ ਦੇ ਵਿਦਿਨ ਜਿਹੜੇ IP ਐਡਰੈਸਸ ਨੇ ਦੈਟ ਸ਼ੁੱਡ ਬੀ ਯੂਨੀਕ, ਔਰ ਉਹ ਯੂਨੀਕ ਹੋਣਗੇ। ਠੀਕ ਹੈ, IP ਐਡਰੈਸਸ ਦਾ ਫਾਰਮੈਟ ਦੇਖੋ ਬੇਟਾ ਕੀ ਹੁੰਦਾ। ਆਪਾਂ ਇੱਥੇ B4 ਹੀ ਡਿਸਕਸ ਕਰਾਂਗੇ। IPv6 ਵੀ ਅਵੇਲੇਬਲ ਨੇ ਜਿਨ੍ਹਾਂ ਦਾ ਸਾਈਜ਼, ਠੀਕ ਹੈ ਨਾ, ਇਸ ਨਾਲੋਂ ਥੋੜਾ ਜ਼ਿਆਦਾ ਹੋ ਚੁੱਕਿਆ। ਮਤਲਬ ਜਿਹੜੀ ਰੇਂਜ ਹੈ ਉਹ ਜ਼ਿਆਦਾ ਹੈਗੀ, ਬਟ V6 ਜਨਰਲੀ ਆਪਾਂ ਡਿਸਕਸ ਨਹੀਂ ਕਰਦੇ ਹੈਗੇ ਕਿਉਂਕਿ ਉਹ ਬਹੁਤ ਰੀਸੈਂਟ ਹੈ ਐਂਡ ਉਹਨਾਂ ਨੂੰ ਹਾਇਰ ਕਲਾਸਿਸ ਦੇ ਵਿੱਚ ਹੀ, ਜਿੱਥੇ ਨੈਟਵਰਕਿੰਗ ਦੇ ਰਿਲੇਟਡ ਸਬਜੈਕਟਸ ਪੜ੍ਹਦੇ ਹਾਂ ਆਪਾਂ, ਉੱਥੇ ਡਿਸਕਸ ਕਰਦੇ ਹਾਂ। ਸੋ IPv4 सर उसे रेंज के साथ मिल क्या मतलब रेंज इन द सेंस बेटा, रेंज इन द सेंस साइज ਦੇ ਉੱਪਰ ਡਿਪੈਂਡ ਕਰਦਾ। ਫॉर एग्जांपल ਇਸ ਦੀ ਜਿਹੜੀ 32 ਬਿਟ ਹੈ, ਠੀਕ ਹੈ ਨਾ, ਸੋ ਜੋ IPv4 ਦਾ ਸਾਈਜ਼ ਹੁੰਦਾ ਬੇਟਾ ਦੈਟ ਇਜ਼ 32 ਬਿਟ। ਸੋ 32 ਬਿਟ ਦੇ ਅਕੋਰਡਿੰਗਲੀ ਕਿੰਨੀਆਂ ਬਿਟਸ ਆਪਾਂ ਨੈਟਵਰਕ ਦੇ ਲਈ ਰਿਜ਼ਰਵ ਕਰਦੇ ਹਾਂ, ਕਿੰਨੀਆਂ ਹੋਸਟ ਦੇ ਲਈ ਰਿਜ਼ਰਵ ਕਰਦੇ ਹਾਂ, ਐਂਡ ਉਸ ਅਕੋਰਡਿੰਗਲੀ ਜੋ IP ਐਡਰੈਸਸ ਦੀ ਰੇਂਜਸ ਨੇ ਉਹ ਨਿਕਲ ਕੇ ਆਉਂਦੀਆਂ। ਠੀਕ ਹੈ, ਸੋ IPv4 ਐਡਰੈਸ ਦੀ ਅਗਰ ਮੈਂ ਗੱਲ ਕਰਾਂ ਤਾਂ ਇਸ ਕੇਸ ਦੇ ਵਿੱਚ ਦ ਫਰਸਟ ਇਟ ਹੈਜ਼ ਬੀਨ ਡਿਵਾਈਡਡ ਇਨਟੂ 4 octets। 4 octet ਹੁੰਦੇ ਨੇ ਬੇਟਾ। octet ਮਤਲਬ ਕੀ ਹੁੰਦੇ ਆ? octet means 8 bit। ਠੀਕ ਹੈ ਨਾ, ਆ ਜਿਹੜਾ combination ਹੈ, this combination is of 8 bits, that is why it is called one octet. So there are 4 such octet, 1 2 3 and 4, and each octet is separated by a number, a digit, sorry, full stop, or you can say that a period is no period ਵੀ ਕਹਿ ਦਿੰਦੇ ਆ, full stop ਵੀ ਕਹਿ ਦਿੰਦੇ ਆ। ਸੋ ਇਸ ਦੇ ਨਾਲ ਆਪਾਂ ਕੀ ਕਰਦੇ ਆ, ਸਾਰੇ octets ਨੂੰ ਸੈਪਰੇਟ ਕਰਦੇ। ਓਕੇ, ਸੋ ਇਸ ਦੇ ਵਿੱਚ 8 ਬਿਟਸ ਨੇ। ਸੋ ਬੇਟਾ 8 ਬਿਟਸ ਜਿਹੜੀਆਂ ਹੈਗੀਆਂ ਇਹ 1010 ਹੁੰਦੀਆਂ ਨੇ, ਤੇ ਇਹਨਾਂ ਨੂੰ ਫਿਰ ਜਦੋਂ ਤੁਸੀਂ ਡੈਸੀਮਲ ਚ ਕਨਵਰਟ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਨੰਬਰ ਬਣ ਕੇ ਆਉਂਦਾ ਹੈ, ਤਾਂ ਤੁਸੀਂ ਉਹ ਨੰਬਰ ਨੂੰ ਯੂਜ਼ ਕਰ ਸਕਦੇ ਹੋ IP ਐਡਰੈਸ ਅਸਾਈਨ ਕਰਨ ਲਈ। ठीक है, सो टोटल ਇਹਦਾ ਸਾਈਜ਼ ਹੋ ਗਿਆ ਬੇਟਾ, ਅਗਰ 8 ਬਿਟ ਦਾ ਇੱਕ ਆਕਟੇਟ ਹੈ, देयर आर 4 such octets, then 8 into 4 that means 32 bits। ਅਗਰ ਇਸ ਨੂੰ ਬਾਈਟ ਚ ਕਨਵਰਟ ਕਰਦੇ ਹਾਂ, ਸੋ ਇਟ ਵਿਲ ਬੀ 4 bytes। ਠੀਕ ਹੈ ਨਾ, ਓਕੇ। ਸੋ an IP address is a number identifying of a computer or another device on the internet. It is like a mailing address which identifies where the postal mails come from and where it should be delivered। ਜਿਵੇਂ ਇੱਕ ਚਿੱਠੀਆਂ ਹੁੰਦੀਆਂ ਨੇ ਨਾ, ਵੀ ਚਿੱਠੀਆਂ ਕਿੱਥੋਂ ਆ ਰਹੀਆਂ ਨੇ ਤੇ ਕਿੱਥੇ ਜਾ ਰਹੀਆਂ ਨੇ, ਇਦਾਂ ਹੀ IP ਐਡਰੈਸਸ ਕੰਮ ਕਰਦੇ ਆ। IP ਐਡਰੈਸਸ ਦੀ ਇੱਕ ਐਡਰੈਸ ਦਾ ਕੰਮ ਕਰਦੇ ਆ, ਜਿੱਥੋਂ ਕਿ ਕਮਿਊਨੀਕੇਸ਼ਨ ਹੋ ਰਹੀ ਹੈ ਤੇ ਕਿੱਥੋਂ ਹੋ ਰਹੀ ਹੈ ਤੇ ਕਿੱਥੇ ਜਾਣੀ ਹੈ, ਮਤਲਬ ਕੌਣ ਸੈਂਡਰ ਹੈ, ਕੌਣ ਰਿਸੀਵਰ ਹੈ, ਉਸ ਸਾਰੀ ਚੀਜ਼ ਕਮਿਊਨੀਕੇਸ਼ਨ ਕਿਹਦੇ ਨਾਲ ਹੁੰਦੀ ਹੈ? IP ਐਡਰੈਸਸ ਦੇ ਥਰੂ ਪੋਸੀਬਲ। IP addresses uniquely identify the source destination of a source and the destination of the data transmitted within the internet protocol। So internet protocol the rules and regulation ਨੂੰ follow ਕਰਦੇ, what is the source and what is the destination, that is identified with the help of IP addresses। So IP addresses uniquely identify ਕਰਦੇ ਨੇ sources ਨੂੰ, destinations ਨੂੰ of the data transmitted with the internet protocol। I hope this is clear to everyone। Yes, sir. Okay, fine। So moving on to the next one, which is IP address class। So बेटा ये समझना बहुत जरूरी है, अगर ये समझ आ गया तो काफी चीजें क्लियर हो जाती। IP addresses जो हैगे ने V4 ਦੇ ਕੇਸ ਚ, बेटा 6 ਦੇ ਕੇਸਿਸ ਚ ਕਲਾਸਿਸ ਜਿਹੜੀਆਂ ਹੈਗੀਆਂ ਨੇ ਉਹ ਖਤਮ ਕੀਤੀਆਂ ਜਾ ਚੁੱਕੀਆਂ ਨੇ।
ਆਪਾਂ IPv4 ਦੇ ਕੇਸ 'ਚ ਹੀ ਪੜ ਰਹੇ ਹਾਂ ਕਿ ਕਲਾਸਿਸ ਦਾ ਕਨਸੈਪਟ ਕੀ ਹੈ, ਠੀਕ ਹੈ। ਸੋ ਕੁਐਸਚਨ ਆ ਜਾਂਦਾ ਕਈ ਵਾਰ IPv4 ਐਡਰੈਸਸ ਕੀ ਨੇ, IPv4 ਐਡਰੈਸਸ ਦੀਆਂ ਕਲਾਸਿਸ ਕੀ ਨੇ। ਸੋ ਕਲਾਸ A, ਕਲਾਸ B, ਕਲਾਸ C ਤੇ ਕਲਾਸ D ਐਂਡ ਕਲਾਸ E, ਠੀਕ ਹੈ। ਇਹ ਆਪਣੇ ਕੋਲ ਕੀ ਨੇ 3 ਤੇ 2 5 ਕਲਾਸਿਸ ਨੇ ਆਪਣੇ ਕੋਲ। ਸੋ ਪਹਿਲੀ ਕਲਾਸ ਦੇ ਵਿੱਚ ਯਾਦ ਰੱਖਿਓ ਜਿਹੜੀ ਸਭ ਤੋਂ ਪਹਿਲੀ ਜਿਹੜੀ ਬਿਟ ਹੈ, ਸੋ ਦਿਸ ਬਿਟ ਇਜ਼ ਰਿਜ਼ਰਵਡ, ਠੀਕ ਹੈ ਨਾ। ਰਿਜ਼ਰਵਡ ਇਨ ਦ ਸੈਂਸ ਕਿ ਇਸ ਨੂੰ ਇੱਕ ਵੈਲਿਊ ਅਸਾਈਨ ਕੀਤੀ ਹੋਈ ਹੈ, ਸੋ ਇਸ ਨੂੰ ਇੱਕ ਵੈਲਿਊ ਅਸਾਈਨ ਕੀਤੀ ਹੋਈ ਹੈ ਆਪਾਂ, ਠੀਕ ਹੈ। ਸੋ ਇਸ ਨੂੰ ਵੈਲਿਊ 0 ਹੈ ਤੇ 0 ਹੀ ਰਹੇਗੀ, ਇਹ ਇਸੇ ਤਰ੍ਹਾਂ ਹੀ ਇਹਨੂੰ ਅਸਾਈਨ ਕੀਤੀ ਹੋਈ ਹੈ। ਐਂਡ ਦੈਨ ਨੈਕਸਟ ਜਿਹੜੀਆਂ ਆਪਣੇ ਕੋਲ ਬਿਟਸ ਨੇ ਆਪਣੇ ਕੋਲ, ਠੀਕ ਹੈ, 8 ਬਿਟਸ ਨੇ ਜਿਹੜੀਆਂ, ਟੋਟਲ 7 ਬਿਟਸ ਰਹਿ ਗਈਆਂ ਆਪਣੇ ਕੋਲ, 0 ਤਾਂ ਹੀ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਆ ਆਪਣੇ ਕੋਲ 7 ਬਿਟਸ ਰਹਿ ਗਈਆਂ, ਠੀਕ ਹੈ। ਸੋ these 7 bits are for network ID। ਸੋ ਇਹਨਾਂ 7 ਬਿਟਸ ਨੂੰ ਯੂਜ਼ ਕਰਕੇ ਅਸੀਂ ਨੈਟਵਰਕ ਆਇਡੈਂਟੀਫਾਈ ਕਰ ਸਕਦੇ ਹਾਂ, ਨੈਟਵਰਕ ਨੂੰ ਲੱਭ ਸਕਦੇ ਹਾਂ। ਆਫਟਰ ਦੈਟ 7 ਬਿਟ ਇਹ ਹੋ ਗਈਆਂ ਬੇਟਾ, 8 ਇਹ ਹੋ ਗਈ, 8 ਹੋ ਗਈਆਂ, 8 ਬਿਟਸ ਹੋ ਗਈਆਂ। ਉਸ ਤੋਂ ਬਾਅਦ 32 ਟੋਟਲ 32 ਬਿਟਸ ਨੇ, 32 ਚੋਂ 8 ਕਰ ਦੋ 24 ਬਚ ਗਈਆਂ, ਤਾਂ 24 ਆਪਣੀ ਕਿਹੜੀਆਂ ਹੋ ਗਈਆਂ, ਹੋਸਟ ਆਈਡੀ। दैट मीन्स नेटवर्क का मतलब क्या है बेटा, फॉर एग्जांपल मेरे को एक लैब है, लेट्स से एक लैब है मेरे को A201, ठीक है। हुन इस लैब दे विच जिन्नियां मतलब जो डिवाइसेस कनेक्टेड ने, ठीक है। सो इस लैब नू मैं कहूंगा नेटवर्क, दिस विल बी कॉल्ड नेटवर्क। एंड इस लैब दे अंदर जिन्ने मेरे पीसी अटैच है, सो लेट्स से दिस इज द पीसी नंबर 1, so this is PC number 1, this is PC number 2, okay, so this is PC number 2 and same wise PC number 3 and same wise this is PC number 4, okay। So these are called host, a beta it is sare ne, these are called host, okay। so ਇਦਾਂ ਹੀ ਕਾਫੀ ਸਾਰੇ ਨੈਟਵਰਕ ਹੋ ਸਕਦੇ ਆ, ਕਾਫੀ ਡਿਫਰੈਂਟ ਤਰ੍ਹਾਂ ਦੀਆਂ ਲੈਬਸ ਹੋ ਸਕਦੀਆਂ, ਉਹਨਾਂ ਦੇ ਵਿੱਚ ਹਰ ਇੱਕ ਦੇ ਵਿੱਚ ਨੈਟਵਰਕ ਅਲੱਗ ਹੋ ਸਕਦਾ ਹੈ, ठीक है। या एक लार्जर नेटवर्क हो सकता है, या लैब के अंदर ही कुछ स्मॉलर नेटवर्क भी बनाए हो सकते हैं। सो नेटवर्क आईडीज आर फॉर आइडेंटिफाइंग द नेटवर्क एंड होस्ट आईडीज आर फॉर आइडेंटिफाइंग द पर्टिकुलर होस्ट, यानी पर्टिकुलर मशीन और पर्टिकुलर डिवाइस। सो इट शुड it is not compulsory that the host is going to be the PC only। so host PC भी हो सकता है, मोबाइल भी हो सकता है, राउटर मॉडम भी हो सकता है, राउटर भी हो सकता है, क्योंकि राउटर्स ਨੂੰ भी कई बार IP एड्रेसेस, कई बार नहीं बेसिकली राउटर ਨੂੰ IP एड्रेसेस असाइन ਹੁੰਦੇ ਹੀ ਹੈ, ताकि क्योंकि वो भी कंप्यूटिंग डिवाइस है, ਜਿਹੜੀ ਵੀ डिवाइस इंटरनेट ਦੇ ਉੱਪਰ कनेक्ट हो रही है, ਜਿਹੜੀ ਵੀ डिवाइस नेटवर्क ਦੇ ਵਿੱਚ ਆ ਰਹੀ ਹੈ, दैट मींस ਉਸ ਨੂੰ IP एड्रेस असाइन हो ਰਿਹਾ है, ठीक है। सो हाँ जी बेटा, कॉन्सेप्ट पता लग गया सारे ਨੂੰ ਕੀ ਚੀਜ਼ है? यस सर। हाँ जी, बाकी क्लास? यस सर। यस सर। ओके बेटा, नेक्स्ट नेक्स्ट ਉਸ ਤੋਂ ਬਾਅਦ नेटवर्क आईडी। ਨੈਟਵਰਕ ਆਈਡੀ ਬੇਸਿਕਲੀ ਕੀ ਹੈ ਬੇਟਾ, ਜਿਹੜੀਆਂ ਨੈਟਵਰਕ ਬਿਟਸ ਨੇ, ਆਪਾਂ ਇੱਥੇ ਕੁਝ ਨੰਬਰਸ ਰੱਖੇ ਹੋਏ ਨੇ, ਫॉर एग्जांपल 1 टू लेके जो अपने ਕੋਲ 8 तक रेंज जा रही है, 8 नंबर तक जा रहे हैं बेसिकली, ठीक है। सो दैट इज टोटल ऑफ 7 नंबर, 7 बिट्स अपने ਕੋਲ ਇੱਥੇ ਜਿਹੜੀਆਂ ਹੈਗੀਆਂ ਨੇ। सो these 7 bits will be used to identify the network, क्योंकि ਜਦੋਂ ਵੀ ਕੋਈ ਪੈਕੇਟ ਆਏਗਾ, ਜਦੋਂ ਵੀ ਕੋਈ ਡੇਟਾ ਆਏਗਾ, ਉਹ ਸਿੱਧਾ ਮਸ਼ੀਨ ਕੋਲ ਨਹੀਂ ਆਏਗਾ, ਉਹ ਪਹਿਲਾਂ ਕਿਸੇ ਨਾ ਕਿਸੇ ਨੈਟਵਰਕ ਦੇ ਵਿੱਚ ਐਂਟਰ ਹੋਏਗਾ, ਫਿਰ ਉਸ ਤੋਂ ਬਾਅਦ ਉਹ ਨੈਟਵਰਕ ਦੇ ਥਰੂ ਉਸ ਪਾਰਟਿਕੂਲਰ ਮਸ਼ੀਨ ਨੂੰ ਜਾਏਗਾ ਜਾਂ ਪਾਰਟਿਕੂਲਰ ਡਿਵਾਈਸ ਨੂੰ ਜਾਏਗਾ, ठीक है। सो नेटवर्क आईडीज आर यूज्ड टू आइडेंटिफाई द पर्टिकुलर नेटवर्क जिस नाल ਅਸੀਂ ਕਨੈਕਟ ਕਰਨਾ ਚਾਹੁੰਦੇ ਹਾਂ, ਜਾਂ ਜਿਸ ਨਾਲ ਜਿਹੜਾ ਪੈਕੇਟ ਹੈ ਜਿਸ ਦੇ ਵਿੱਚ ਡੈਸਟੀਨੇਸ਼ਨ ਦਾ ਐਡਰੈਸ ਲਿਖਿਆ ਹੋਇਆ, ਉਸ ਡੈਸਟੀਨੇਸ਼ਨ ਐਡਰੈਸ ਤੋਂ ਆਇਡੈਂਟੀਫਾਈ ਕਰੀਏ ਕਿ ਕਿਹੜੇ ਨੈਟਵਰਕ ਦੇ ਨਾਲ ਅਸੀਂ ਕਨੈਕਟ ਕਰਨਾ ਚਾਹੁੰਦੇ ਹਾਂ, ਐਂਡ ਉਹ ਕਿੱਥੋਂ ਡਿਫਾਈਨ ਹੁੰਦਾ, ਉਹ ਨੈਟਵਰਕ ਆਈਡੀਜ਼ ਦੱਸਦੀਆਂ ਨੇ ਕਿ ਕਿਹੜੇ ਨੈਟਵਰਕ ਦੇ ਨਾਲ ਕਨੈਕਟ ਕਰਨਾ। ਇਜ਼ ਇਟ ਕਲੀਅਰ? यस सर। okay, so same wise moving on to the class B address, now here the 2 bits are reserved, ਇੱਥੇ 2 bits reserve ਹੋ ਗਈਆਂ, 1 and 0 as it is ਲਿਖਾਂਗੇ ਇਸ ਨੂੰ। ਐਂਡ ਇੱਥੇ ਜਿਹੜੀਆਂ ਨੈਟਵਰਕ ਆਈਡੀਜ਼ ਨੇ ਉਹ ਆਪਣੇ ਕੋਲ 7 ਸੀ ਨਾ ਪਿਛਲੀ ਵਾਰ, ਹੁਣ ਇੱਥੇ ਹੋ ਜਾਣਗੀਆਂ 14। ਸੋ ਯਾਦ ਰੱਖਣਾ ਇਹ ਹੋ ਜਾਣਗੀਆਂ 14। ਸੋ 7 ਤੋਂ ਬਾਅਦ ਕਿੰਨੀਆਂ ਹੋ ਗਈਆਂ ਬੇਟਾ? 14, ਠੀਕ ਹੈ। ਸੋ ਟੋਟਲ ਦੇਖੋ ਹੁਣ 14 ਇਹ ਹੋ ਗਈਆਂ, this is 15, this is 16, total 16 ਬਿਟਸ ਆਪਣੇ ਕੋਲ ਆਪਾਂ ਯੂਜ਼ ਕਰ ਚੁੱਕੇ ਹਾਂ। 32 ਦੇ ਵਿੱਚੋਂ 16 ਮਾਈਨਸ ਕਰੀਏ ਤਾਂ ਆਪਣੇ ਕੋਲ ਕਿੰਨਾ ਬਚਦਾ ਹੈ?
दैट इज हाँ जी इथे कितना सी अपने कोल 24 ठीक है सो 32 चो 16 माइनस करिए दैट इज 16 okay so in case of class B address we are having two bits reserved 1 and 0 they are fixed and ਉਸ ਤੋਂ ਬਾਅਦ ਜੋ ਐਡਰੈਸ ਨੈਟਵਰਕ ਦਾ ਆਈਡੀ ਹੈ ਉਸ ਦੀਆਂ ਕਿੰਨੀਆਂ ਬਿਟਸ ਹੋ ਗਈਆਂ 14 that means ਜੋ ਕਲਾਸ A ਦੇ ਵਿੱਚ ਨੈਟਵਰਕ ਦੀ ਰੇਂਜ ਸੀ that was less ਇੱਥੇ ਆਪਣੇ ਕੋਲ ਨੈਟਵਰਕ ਦੀ ਰੇਂਜ ਕੀ ਹੋਗੀ ਜ਼ਿਆਦਾ ਹੋਗੀ ਠੀਕ ਹੋ ਗਿਆ ਉਸ ਤੋਂ ਬਾਅਦ ਇਸ ਦੇ ਵਿੱਚ ਹੋਸਟ ਦੀ ਬਿਟਸ ਕਿੰਨੀਆਂ ਹੋ ਗਈਆਂ ਬੇਟਾ ਪਹਿਲਾਂ ਕਿੰਨੀਆਂ ਸੀ ਹੋਸਟ ਦੀਆਂ ਬਿਟਸ ਜ਼ਿਆਦਾ ਸੀ 24 ਹੁਣ ਹੋਸਟ ਦੀਆਂ ਬਿਟਸ ਕਿੰਨੀਆਂ ਹੋ ਗਈਆਂ ਘਟ ਕੇ 16 ਹਾਂਜੀ is it clear everyone Yes, sir. okay now moving on to the class Yes, C sir. address so class C address ਦੇ ਵਿੱਚ ਬੇਟਾ ਕੀ ਹੋ ਰਿਹਾ ਆਪਣੇ ਕੋਲ ਬਿਟਸ ਆਪਣੇ ਕੋਲ ਫਿਕਸ ਹੋ ਗਈਆਂ ਅਗੇਨ 1 1 0 it should be written as it is ਇਹਨੂੰ ਇਸੇ ਤਰ੍ਹਾਂ ਹੀ ਲਿਖਣਾ ਹੈ ਉਸ ਤੋਂ ਬਾਅਦ ਬੇਟਾ 3 ਬਿਟ ਰਿਜ਼ਰਵ ਹੋ ਗਈਆਂ 7 14 14 ਤੋਂ ਬਾਅਦ ਤੁਸੀਂ ਇੱਥੇ ਕਰੋਗੇ 21 so this will be 21 so 21 22 23 and 24 so ਇੱਥੇ ਤੱਕ ਅਸੀਂ 24 ਬਿਟਸ ਯੂਜ਼ ਕਰ ਲਈਆਂ ਨਾਓ 32 ਦੇ ਵਿੱਚੋਂ 24 ਮਾਈਨਸ ਕਰ ਦਿਓ 32 ਮਾਈਨਸ 24 that equals to 8 okay so ਇੱਥੇ ਧਿਆਨ ਨਾਲ ਪੈਟਰਨ ਆਬਜ਼ਰਵ ਕਰ ਸਕਦੇ ਹੋ ਇੱਥੇ 7 ਦਾ ਮਲਟੀਪਲ ਇਨਕਰੀਜ਼ ਹੋ ਰਿਹਾ ਐਂਡ ਇੱਥੇ 8 ਦਾ ਜੋ ਮਲਟੀਪਲ ਹੈ ਉਹ ਡਿਕਰੀਜ਼ ਹੋ ਰਿਹਾ ਸੋ 7 14 21 24 16 ਐਂਡ 8 ਠੀਕ ਹੈ ਹਾਂਜੀ ਕਲੀਅਰ ਹੈ ਬੇਟਾ ਇੱਥੇ ਤੱਕ ਸਾਰਿਆਂ ਨੂੰ Yes, sir. ਓਕੇ ਦੈਨ ਕਮਸ ਦ ਕਲਾਸ D ਐਡਰੈਸ ਇਸ ਦੇ ਵਿੱਚ ਆਪਣੇ ਕੋਲ ਨੈਟਵਰਕ ਤੇ ਹੋਸਟ ਦੀ ਡਿਫਰੈਂਸ਼ੀਏਸ਼ਨ ਨਹੀਂ ਹੁੰਦੀ ਇਸ ਦੇ ਵਿੱਚ ਕੀ ਹੈ ਬੇਟਾ ਇਸ ਦੇ ਵਿੱਚ ਅਗੇਨ ਬਿਟਸ ਫਿਕਸ ਨੇ 1 1 1 ਐਂਡ 0 ਉਸ ਤੋਂ ਬਾਅਦ ਇਸ ਨੂੰ ਯੂਜ਼ ਕਰਦੇ ਆ ਬੇਟਾ ਆਪਾਂ ਮਲਟੀਕਾਸਟਿੰਗ ਬਾਕੀ ਜਿਹੜੀਆਂ ਬਿਟਸ ਬਚ ਗਈਆਂ ਤੁਹਾਡੇ ਕੋਲ 4 ਬਿਟਸ ਆਪਾਂ ਇੱਥੇ ਯੂਜ਼ ਕਰ ਲਈਆਂ 4 32 ਚੋਂ 4 ਤੁਸੀਂ ਬਾਕੀ ਮਾਈਨਸ ਕਰ ਦਿਓ ਕਿੰਨੀਆਂ ਬਚ ਗਈਆਂ that is 28 ਸੋ ਇੱਥੇ ਜਿਹੜੀਆਂ 28 ਬਿਟਸ ਨੇ ਅਸੀਂ ਯੂਜ਼ ਕਰਦੇ ਆ ਮਲਟੀਕਾਸਟਿੰਗ ਕੀ ਹੁੰਦੀ ਹੈ ਬੇਟਾ ਤਿੰਨ ਤਰ੍ਹਾਂ ਦੀ ਟ੍ਰਾਂਸਮਿਸ਼ਨ ਆਪਾਂ ਦੇਖਦੇ ਆਂਗੇ one is called broadcasting so one is broadcast and other is this multicast and the other one is unicast okay now in case of broadcast the transmission happens in such a manner that the data is the data will be sent to each and every device which is available on the network ਦੇ ਉੱਪਰ ਜਿਹੜੀਆਂ devices ਨੇ ਉਹਨਾਂ ਸਭ ਨੂੰ data ਚਲਿਆ ਜਾਏ ਮਲਟੀਕਾਸਟਿੰਗ ਦੇ ਵਿੱਚ ਕੀ ਹੈ ਬੇਟਾ data will be sent to only the selected devices ਸਿਰਫ ਜਿਹੜੀਆਂ selected devices यूनिकास्टिंग ਦੇ ਵਿੱਚ ਜੋ data ਜਾਏਗਾ ਉਹ 1 to 1 ਜਾਏਗਾ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਾਏਗਾ that's it ਉਹਦੇ ਵਿੱਚ ਇਹ ਨਹੀਂ ਹੈਗਾ ਕਿ ਅਗਰ A ਨੇ ਡਾਟਾ B ਨੂੰ ਭੇਜਣਾ ਹੈਗਾ ਤਾਂ A ਦਾ ਡਾਟਾ B ਨੂੰ ਹੀ ਜਾਏਗਾ A ਦਾ ਡਾਟਾ C ਐਂਡ D ਨੂੰ ਨਹੀਂ ਜਾਏਗਾ that is unicast clear ਹੈ ਬੇਟਾ ਇੰਨਾ ਸਾਰਿਆਂ ਨੂੰ Yes, sir. okay now next moving on to the class E address ਇਸ ਦੇ ਵਿੱਚ again bits reserved ਨੇ the bit reserve 1 1 1 and 1 so these bits are again reserved and experimental address ID ਹੈ ਬੇਟਾ ਇਹਨਾਂ ਨੂੰ ਆਪਾਂ ਫਿਊਚਰ ਪਰਪਸ ਦੇ ਲਈ ਰਿਜ਼ਰਵ ਕੀਤਾ ਹੋਇਆ ਹੈ ਇਹਨਾਂ ਨੂੰ ਹਜੇ ਆਪਾਂ ਜ਼ਿਆਦਾ ਰੇਂਜ ਨੂੰ ਯੂਜ਼ ਨਹੀਂ ਕਰਦੇ so these are reserved for the future purposes so these are your IP address classes so ਬੇਟਾ ਇਹ ਚੀਜ਼ਾਂ ਸਮਝਣੀਆਂ ਨੇ ਇਹ ਚੀਜ਼ਾਂ ਯਾਦ ਰੱਖਣੀਆਂ ਨੇ ਕਿ ਕਿੱਥੋਂ ਕਿੱਥੋਂ ਕੀ ਚੀਜ਼ ਆਪਣੇ ਕੋਲ ਚੇਂਜ ਹੋ ਰਹੀ ਹੈ ਇੱਕ ਹੋਰ ਤੁਸੀਂ ਪੈਟਰਨ ਇੱਥੇ ਆਬਜ਼ਰਵ ਕਰਨਾ ਹੈ ਕਿ ਜਿਉਂ-ਜਿਉਂ ਤੁਸੀਂ ਕਲਾਸਿਸ ਮੂਵ ਕਰ ਰਹੇ ਹੋ ਤੁਹਾਡੇ ਨੈਟਵਰਕ ਆਈਡੀ ਦੀ ਰੇਂਜ ਜੋ ਹੈ ਉਹ ਵੱਧ ਰਹੀ ਹੈ ਹੋਸਟ ਆਈਡੀ ਦੀ ਰੇਂਜ ਘਟ ਰਹੀ ਹੈ ਇਹ ਦੇਖਿਆ ਸਾਰਿਆਂ ਨੇ ਨੈਟਵਰਕ ਆਈਡੀ ਦੀ ਜੋ ਰੇਂਜ ਹੈ ਉਹ ਇਨਕਰੀਜ਼ ਹੋ ਰਹੀ ਹੈ ਐਂਡ ਜੋ ਹੋਸਟ ਆਈਡੀ ਦੀ ਰੇਂਜ ਹੈ ਉਹ ਕੀ ਹੋ ਰਹੀ ਹੈ ਡਿਕਰੀਜ਼ ਹੋ ਰਹੀ ਹੈ ਯਾਨੀ ਕਿ ਹੋਸਟ ਆਈਡੀ ਦੀ ਹੈ ਜੀ ਕੋਈ ਫਾਇਦਾ ਹੈ ਇਸ ਦਾ ਜਿਵੇਂ ਹੋਸਟ ਕਾਸ ਘਟ ਜਾਂਦੀ ਹੈ ਹੋਸਟ ਆਈਡੀ ਨੈਟਵਰਕ ਆਈਡੀ ਬੇਟਾ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇਸ ਦੇ ਵਿੱਚ ਕੀ ਹੁੰਦਾ ਸੀਗਾ ਇਸ ਦੇ ਵਿੱਚ ਮੈਂ ਤੁਹਾਨੂੰ ਫਰਦਰ ਦੱਸਾਂਗਾ ਇਸ ਦਾ ਬੈਨੀਫਿਟ ਵੀ ਦੱਸੂਗਾ ਤੇ ਇਸ ਦਾ ਕਈ ਵਾਰ ਮਤਲਬ ਕੋਈ ਡਿਸਐਡਵਾਂਟੇਜ ਵੀ ਹੋ ਸਕਦਾ ਉਹ ਵੀ ਦੱਸੋ ਇੱਥੇ ਤਾਂ ਕਲੀਅਰ ਹੈ ਸਾਰਿਆਂ ਨੂੰ Yes, sir. Yes, sir. ਓਕੇ ਨਾਓ ਜਿਵੇਂ ਸਾਰਾਂਸ਼ ਨੇ ਪੁੱਛਿਆ ਕਿ ਇਸ ਦਾ ਕੋਈ ਬੈਨੀਫਿਟ ਹੈ ਆਪਣੇ ਕੋਲ
ਸੋ ਬੇਟਾ ਅਸਿਊਮ ਕਰੋ ਤੁਹਾਡੇ ਕੋਲ ਇੱਕ ਲੈਬ ਹੈ, ਇੱਕ ਲੈਬ ਦੇ ਵਿੱਚ ਤੁਸੀਂ ਨੈਟਵਰਕ ਕ੍ਰੀਏਟ ਕਰਨਾ ਚਾਹ ਰਹੇ ਹੋ, ਠੀਕ ਹੈ। ਸੋ ਯੂ ਵਾਂਟ ਟੂ ਕ੍ਰੀਏਟ ਅ ਨੈਟਵਰਕ, ਠੀਕ ਹੈ। ਐਂਡ ਇਨ ਦੈਟ ਕੇਸ ਉਸ ਨੈਟਵਰਕ ਦੇ ਵਿੱਚ ਲੈਟਸ ਸੇ ਯੂ ਆਰ ਹੈਵਿੰਗ ਓਨਲੀ 2 ਪੀਸੀ, ਸੋ 2 ਹੀ ਪੀਸੀ ਨੇ ਤੁਹਾਡੇ, ठीक है, PC number 1 and PC number 2. Okay, now in first case the network IDs are ideally of the order 2 raised to power 7. ਇਸ ਦੇ ਵਿੱਚੋਂ ਕੁਝ ਕੱਢਨੇ ਵੀ ਹੁੰਦੇ ਐਡਰੈਸ, ਠੀਕ ਹੈ, ਅਗਲਾ ਤੇ ਪਿਛਲਾ ਐਡਰੈਸ ਜਿਹੜਾ ਹੁੰਦਾ ਉਹ ਕੱਢਣਾ ਹੁੰਦਾਗਾ, ਠੀਕ ਹੈ। ਬਟ ਅਗਰ ਮੈਂ ਇਹਨੂੰ ਥਿਓਰੈਟਿਕਲੀ ਰੇਂਜ ਦੇਖਾਂ ਤਾਂ ਥਿਓਰੈਟਿਕਲੀ ਇਸ ਦੀਆਂ ਕਿੰਨੀਆਂ ਬਿਟਸ ਸੀਗੀਆਂ ਨੈਟਵਰਕ ਆਈਡੀ ਦੀਆਂ? 7, ਹਾਂਜੀ ਠੀਕ ਹੈ ਬੇਟਾ, 7 ਬਿਟਸ ਸੀਗੀਆਂ ਇਹਦੀਆਂ। ਤਾਂ ਇਸ ਦੀ ਥਿਓਰੈਟਿਕਲੀ ਜਿਹੜੀ ਰੇਂਜ ਹੋਏਗੀ, ਮਤਲਬ सर रिपीट कर, थोड़ी आवाज कट। ਹਾਂਜੀ, ਸੋ ਇਸ ਦੇ ਵਿੱਚ ਆਪਣੇ ਕੋਲ ਕੀ ਹੈ ਬੇਟਾ, ਹਰ ਇੱਕ ਨੈਟਵਰਕ ਦੇ ਲਈ ਫॉर एग्जांपल ਜਿਹੜਾ ਇਹ 2 ਰੇਜ਼ ਟੂ ਪਾਵਰ 7 ਦੇ ਵਿੱਚ ਵੌਇਸ ਆ ਰਹੀ ਹੈ ਬੇਟਾ ਮੇਰੀ? यस सर, यस सर, आ रही है आवाज। ओके जी, 2 ਰੇਜ਼ ਟੂ ਪਾਵਰ 7 ਦੇ ਵਿੱਚ ਨੈਟਵਰਕ ਆਈਡੀਜ਼ ਨੇ। ਨਾਓ ਫॉर ਈਚ ਨੈਟਵਰਕ, so if I let's say I take the first network number 1, for each network I am going to have 2 raised to power how many host? 2 raised to power 20, ਕਿੰਨੀਆਂ ਬਿਟਸ ਰਹਿ ਗਈਆਂ ਸੀ ਬੇਟਾ ਇੱਥੇ? 24, ਕਿਉਂਕਿ 7 ਤਾਂ ਇੱਥੇ ਯੂਜ਼ ਹੋ ਗਈਆਂ, ਇੱਕ ਇੱਥੇ ਯੂਜ਼ ਹੋ ਗਈ 8 ਤੇ ਬਾਕੀ ਬਚੀਆਂ 4। so that means for every network I am going to have 2 raised to power 24 host theoretically word ਮੈਂ ਕਿਉਂ ਯੂਜ਼ ਕਰ ਰਿਹਾ, ਕਿਉਂਕਿ 2 raised to power 24 ਦੇ ਵਿੱਚੋਂ ਕੁਝ ਐਡਰੈਸਸ ਜਿਹੜੇ ਪਹਿਲੇ ਵਾਲੇ ਹੁੰਦੇ ਆ, ਪਹਿਲਾ ਐਡਰੈਸ ਐਂਡ ਲਾਸਟ ਐਡਰੈਸ, ਉਹ ਸਾਨੂੰ ਥੋੜਾ ਜਿਹਾ ਛੱਡਣਾ ਪੈਂਦਾ ਕਿਉਂਕਿ ਉਹਨਾਂ ਦਾ ਪਰਪਸ ਕੁਝ ਹੋਰ ਹੁੰਦਾ ਹੈ। ਐਂਟਰੀ ਪੁਆਇੰਟ ਵੀ ਹੁੰਦੇ ਆ, ਗੇਟਵੇ ਪੁਆਇੰਟਸ ਵੀ ਹੁੰਦੇ ਨੇ, ਸੋ ਸਾਨੂੰ ਛੱਡਨੇ ਪੈਂਦੇ। ਸੋ ਚਲੋ ਅਗਰ ਮੈਂ ਇਸ ਰੇਂਜ ਨੂੰ ਵੀ ਗੱਲ ਕਰਾਂ ਤਾਂ ਤੁਸੀਂ ਦੇਖੋਗੇ ਕਿ ਇੱਕ ਨੈਟਵਰਕ ਦੇ ਵਿੱਚ ਮੈਂ ਇੰਨੇ ਹੋਸਟ ਕ੍ਰੀਏਟ ਕਰ ਸਕਦਾ। ਕੈਲਕੂਲੇਟ ਕਰਕੇ ਦੇਖ ਸਕਦੇ ਹੋ ਇਸ ਨੂੰ ਕਿੰਨਾ ਹੋਊਗਾ? ਇਟ ਵਿਲ ਬੀ ਹਿਊਜ, ਠੀਕ ਹੈ ਨਾ, ਲਾਰਜ ਹੋਊਗਾ ਕਾਫੀ ਨੰਬਰ। ਹਾਂਜੀ, ਐਗਰੀ ਕਰਦੇ ਹੋ? यस सर। ਓਕੇ, ਸੋ ਦੈਟ ਮੀਨਸ ਅਗਰ ਮੇਰੇ ਕੋਲ ਇੱਕ ਇਦਾਂ ਦਾ ਨੈਟਵਰਕ ਹੈ ਜਿਸ 'ਚ ਮੇਰੇ ਸਿਰਫ 2 ਹੀ ਪੀਸੀ ਅਟੈਚ ਨੇ, ਤਾਂ ਨੈਟਵਰਕ ਦਾ ਨੰਬਰ ਤਾਂ ਮੈਂ ਇਸ ਨੂੰ ਦੇਤਾ ਲੈਟਸ ਸੇ, ਤੇ ਪੀਸੀ ਮੈਂ 2 ਰੇਜ਼ ਟੂ ਪਾਵਰ 24 ਚੋਂ 2 ਐਡਰੈਸ ਇਸ ਨੂੰ ਦੇਤੇ, ਇੱਕ ਇਹਨੂੰ ਦੇਤਾ ਇੱਕ ਇਹਨੂੰ ਦੇਤਾ। ਹੁਣ ਤੁਸੀਂ ਦੇਖੋ 2 ਰੇਜ਼ ਟੂ ਪਾਵਰ 2 ਰੇਜ਼ ਟੂ ਪਾਵਰ 24 ਦੇ ਵਿੱਚੋਂ 2 ਐਡਰੈਸ ਮੈਂ ਯੂਜ਼ ਕਰ ਲਏ, ਠੀਕ ਹੈ ਨਾ, ਬਾਕੀ ਕਿੰਨੇ ਬਚੇ? ਉਹ ਸਾਰੇ ਦੇ ਸਾਰੇ ਮੇਰੇ ਕੋਲ ਵੇਸਟ ਚਲੇ ਜਾਣ। ਹੁਣ ਤੁਸੀਂ ਕਹੋਗੇ ਕਿ ਸਰ ਵੇਸਟ ਕਿਉਂ ਚਲੇ ਜਾਣਗੇ? ਕਿਉਂਕਿ ਬੇਟਾ ਜਦੋਂ ਇੱਕ ਨੈਟਵਰਕ ਨੂੰ ਨੰਬਰ ਦੇਤਾ ਤਾਂ ਉਸ ਨੈਟਵਰਕ ਦੇ ਨਾਲ ਜਿੰਨੇ ਹੋਸਟ ਸੀ ਮੈਂ ਉਸੇ ਨੈਟਵਰਕ 'ਚ ਹੀ ਦੇ ਪਾਉਣੇ ਸੀ। ਕਲੀਅਰ ਹੋ ਗਿਆ? थोड़ा रिपीट कर दो। ਰਿਪੀਟ ਕਰਦਾ ਮੈਂ, ਮੇਰਾ ਮਤਲਬ ਇਹ ਹੈ ਬੇਟਾ ਕਿ ਹਰ ਇੱਕ ਨੈਟਵਰਕ ਦੇ ਲਈ ਮੈਂ 2 ਰੇਜ਼ ਟੂ ਪਾਵਰ 24 ਹੋਸਟ ਅਸਾਈਨ ਕਰ ਸਕਦਾ ਸੀ, ਜਿਸ ਦੇ ਵਿੱਚੋਂ ਮੰਨ ਲਓ ਮੈਂ ਇੱਕ ਐਗਜ਼ਾਮਪਲ ਲਈ ਹੈ ਕਿ ਮੇਰੇ ਨੈਟਵਰਕ ਦੇ ਵਿੱਚ ਸਿਰਫ 2 ਹੀ ਪੀਸੀ ਅਟੈਚ ਸੀ, ਮੈਂ 2 ਆਈਪੀ ਐਡਰੈਸ ਉਹਨਾਂ ਨੂੰ ਜਾਂ 2 ਹੋਸਟ ਨੰਬਰਸ ਦੇਤੇ, ਠੀਕ ਹੈ, 2 ਦੇਤੇ। ਬਾਕੀ ਦੇਖੋ ਮੇਰੇ ਕੋਲ ਬਾਕੀ ਕਿੰਨੇ, ਬਾਕੀ ਅਗਰ ਮੈਂ ਪੂਰੀ ਰੇਂਜ ਚ ਘਟਾਵਾਂ ਵੀ ਫਿਰ ਵੀ ਮੇਰੇ ਕੋਲ ਨੰਬਰ ਬਹੁਤ ਵੱਡਾ ਹੈ, ਅਜੇ ਵੀ ਮੇਰੇ ਕੋਲ ਨੰਬਰ ਬਹੁਤ ਵੱਡਾ ਹੈ। ਸੋ ਦੈਟ ਮੀਨਸ ਅਗਰ ਮੇਰੇ ਕੋਲ ਨੈਟਵਰਕ ਕਲਾਸ A ਦੇ ਕੇਸ ਦੇ ਵਿੱਚ ਅਗਰ ਮੇਰੇ ਕੋਲ ਨੈਟਵਰਕ ਦੇ ਵਿੱਚ ਬਹੁਤ ਜ਼ਿਆਦਾ ਕੰਪਿਊਟਿੰਗ ਡਿਵਾਈਸਿਸ ਨਹੀਂ ਹੈਗੀਆਂ ਤਾਂ ਮੇਰੇ ਕੋਲ ਕਲਾਸ A ਦਾ ਜਿਹੜਾ ਮੇਰਾ ਐਡਰੈਸ ਨੂੰ ਯੂਜ਼ ਕਰਨ ਦਾ ਜਿਹੜਾ ਪਰਪਸ ਹੈ ਉਹ ਆਲਮੋਸਟ ਖਤਮ ਹੋ ਜਾਏਗਾ। ਕਿਉਂਕਿ ਦੇਖੋ 2 ਰੇਜ਼ ਟੂ ਪਾਵਰ 24 ਦੇ ਵਿੱਚੋਂ 2 ਆਈਪੀ ਐਡਰੈਸ ਯੂਜ਼ ਕਰਨ ਤੋਂ ਬਾਅਦ ਜਾਂ 2 ਹੋਸਟ ਆਈਡੀ 2 ਹੋਸਟ ਨੰਬਰਸ ਯੂਜ਼ ਕਰਨ ਤੋਂ ਬਾਅਦ ਮੇਰੇ ਕੋਲ ਫਿਰ ਵੀ ਇੰਨਾ ਜ਼ਿਆਦਾ ਨੰਬਰ ਬਚ ਰਿਹਾ ਹੈ ਤੇ ਮੇਰੇ ਕੋਲ ਪੀਸੀ ਹੈ ਹੀ ਨਹੀਂ ਹੋਰ ਉਸ ਨੈਟਵਰਕ ਦੇ ਵਿੱਚ। ਦੈਟ ਮੀਨਸ ਉਹ ਜਿੰਨਾ ਮੇਰਾ ਜਿਹੜਾ ਇਹ ਨੰਬਰਸ ਬਚ ਰਹੇ ਨੇ ਉਹ ਸਾਰੇ ਦੇ ਸਾਰੇ ਕੀ ਹੋ ਜਾਣਗੇ? ਵੇਸਟ ਹੋ ਜਾਣਗੇ।
Is that okay? Yes sir. ਠੀਕ ਹੈ, ਹੁਣ ਨੈਕਸਟ ਮੂਵ ਕਰਦੇ ਆ ਕਲਾਸ B ਦੇ ਵਿੱਚ ਕੀ ਚੀਜ਼ ਚੇਂਜ ਹੋਈ ਹੈ। ਕਲਾਸ B ਦੇ ਵਿੱਚ ਨੈਟ, ਹਾਂਜੀ ਬੇਟਾ ਬੋਲੋ। ਆਪਾਂ ਮਿਨੀਮਮ ਨੰਬਰ ਕਿੰਨੇ ਰੱਖ ਸਕਦੇ हैं 24 ਤੋਂ ਮਤਲਬ ਘੱਟ ਕਿੰਨੇ ਰੱਖ ਸਕਦੇ ਹੋ? ਬੇਟਾ ਇਹ ਪਤਾ ਕੀ ਹੁੰਦਾ, ਇਹ ਬਲੌਕ ਹੁੰਦਾ ਹੈਗਾ, ਇੱਕ ਬਲੌਕ ਅਸਾਈਨ ਹੋ ਗਿਆ ਤੁਹਾਡੇ ਨੈਟਵਰਕ ਨੂੰ, ਠੀਕ ਹੈ। ਸੋ ਫਰਸਟ ਨੈਟਵਰਕ ਸੀ, ਫਰਸਟ ਨੈਟਵਰਕ ਨੂੰ 2⁻24 ਅਸਾਈਨ ਹੋ ਗਿਆ। ਮਿਨੀਮਮ ਤਾਂ ਬੇਟਾ ਤੁਹਾਡੇ ਕੋਲ ਇੱਕ ਡਿਵਾਈਸ ਤਾਂ ਹੋਊਗੀ, ਤਾਂ ਹੀ ਤੁਸੀਂ ਨੈਟਵਰਕ ਕ੍ਰੀਏਟ ਕਰੋਗੇ, ਰਾਦਰ 2 ਡਿਵਾਈਸਿਸ ਹੋਣੀਆਂ ਚਾਹੀਦੀਆਂ ਨੇ ਆਪਸ ਵਿੱਚ, ਜੇ ਕੋਈ ਕਮਿਊਨੀਕੇਟ ਕਰਦੀ ਹੈ। ਸਰ ਐਕਚੁਅਲੀ ਕਿਵੇਂ ਬਿਟਸ ਪੁੱਛ ਰਹੇ ਸੀ या ਬੇਟਾ? हर एक होस्ट आईडी पे 24 ही असाइन होंगे सिर्फ, उस तो कट हो नहीं सकते? नहीं नहीं नहीं, 24 is the maximum range beta. 2⁻24 is the maximum range. Yeah, 2⁻24 is the maximum range. The minimum range it should be it cannot be 0. ठीक है, so 1 तो at least होना चाहिए, मतलब एक पीसी तो होना चाहिए, ठीक है ना। उस तो बाद क्लास B एड्रेस, क्लास B एड्रेस ਦੇ ਵਿੱਚ ਕੀ ਕੀਤਾ ਬੇਟਾ ਇਹਨਾਂ ਨੇ ਨੈਟਵਰਕ ਆਈਡੀ ਨੂੰ ਇਨਕਰੀਜ਼ ਕੀਤਾ, ਠੀਕ ਹੈ ਨਾ, ਥੋੜਾ ਜਿਹਾ ਨੈਟਵਰਕ ਆਈਡੀ ਨੂੰ ਇਨਕਰੀਜ਼ ਕੀਤਾ, ਯਾਨੀ ਨੈਟਵਰਕਸ ਵਧਾਏ ਨੇ, ਠੀਕ ਹੈ ਨਾ, ਨੈਟਵਰਕਸ ਨੰਬਰ ਵਧਿਆ। ਇਹ ਕਿਉਂ ਵਧਿਆ? ਫॉर एग्जांपल ਮੰਨ ਲਓ ਜਿਵੇਂ ਇੱਕ ਪਹਿਲਾ ਕੇਸ ਤਾਂ ਤੁਸੀਂ ਇਦਾਂ ਦਾ ਅਸਿਊਮ ਕਰ ਸਕਦੇ ਹੋ ਕਿ ਇੱਕ ਆਰਗੇਨਾਈਜੇਸ਼ਨ ਹੈ, ਆਰਗੇਨਾਈਜੇਸ਼ਨ ਦੇ ਵਿੱਚ ਲੈਬ ਲੂਬ ਨਾਮ ਦੀ ਕੋਈ ਡਿਵੀਜ਼ਨ ਨਹੀਂ ਹੈਗੀ, ਸਿੱਧਾ ਆਰਗੇਨਾਈਜੇਸ਼ਨ ਦਾ ਇੱਕ ਨੈਟਵਰਕ ਬਣਿਆ, ਦੈਟਸ ਇਟ। ਹੁਣ ਮੰਨ ਲਓ ਮੈਂ ਆਰਗੇਨਾਈਜੇਸ਼ਨ ਤੋਂ ਬਾਅਦ, ਇੰਸਟੀਚਿਊਟ ਤੋਂ ਬਾਅਦ ਮੈਂ ਕੁਝ ਹੋਰ ਵੀ ਨੈਟਵਰਕਿੰਗ ਕਰਨਾ ਚਾਹੁੰਦਾ, ਮੈਂ ਲੈਬਸ ਦੇ ਵਿੱਚ ਵੀ ਜਾਣਾ ਚਾਹੁੰਦਾ, ਡਿਫਰੈਂਟ ਨੈਟਵਰਕਸ ਲੈਬ ਦੇ ਕ੍ਰੀਏਟ ਕਰਨਾ ਚਾਹੁੰਦਾ, ਤਾਂ ਜਿੱਥੇ ਨੈਟਵਰਕ ਦੀ ਜ਼ਿਆਦਾ ਰਿਕੁਆਇਰਮੈਂਟ ਆ ਰਹੀ ਹੈ ਕਿ ਨੈਟਵਰਕ ਜ਼ਿਆਦਾ ਹੋਣ, ਠੀਕ ਹੈ ਨਾ, ਇਹਨੂੰ ਡੀਸੈਂਟਰਲਾਈਜੇਸ਼ਨ ਵੀ ਕਹਿ ਸਕਦੇ ਹੋ, ਇੱਕ ਨੈਟਵਰਕ ਜ਼ਿਆਦਾ ਹੋਣ ਤੇ ਉਹਨਾਂ ਨੈਟਵਰਕਸ ਦੇ ਵਿੱਚ ਦੇਖੋ, ਹੁਣ ਮੇਰੇ ਕੋਲ ਲੈਬ ਹੈ, ਮੰਨ ਲਓ ਮੇਰੇ ਕੋਲ ਲੈਬ 'ਚ ਵੱਧ ਤੋਂ ਵੱਧ 15 ਪੀਸੀ ਹੋਣਗੇ, 20 ਪੀਸੀ ਹੋ ਜਾਣਗੇ, 25 ਪੀਸੀ ਹੋ ਜਾਣਗੇ, ਠੀਕ ਹੈ ਨਾ। ਸੋ ਉਹ ਚੀਜ਼ਾਂ ਨੂੰ ਕਮਿਊਨੀਕੇਟ ਕਰ ਲੇਗਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਸੋ ਬਟ ਮੇਰੇ ਕੋਲ ਨੈਟਵਰਕ ਜ਼ਿਆਦਾ ਹੋ ਸਕਦਾ ਮੇਰੇ ਕੋਲ ਲੈਬਸ ਜ਼ਿਆਦਾ ਹੋਣ, ਹੋ ਸਕਦਾ ਮੇਰੇ ਕੋਲ ਲੈਬਸ ਦੇ ਅੰਦਰ ਨੈਟਵਰਕ ਸਬ ਨੈਟਵਰਕਸ ਜ਼ਿਆਦਾ ਹੋਣ, ਠੀਕ ਹੈ, ਉਹ ਪੋਸਿਬਿਲਿਟੀ ਹੋ ਸਕਦੀ। ਸੋ ਉਹੀ ਚੀਜ਼ ਨੂੰ ਲੈ ਕੇ, ਕਿਉਂਕਿ ਆਪਾਂ ਨੂੰ ਨੈਟਵਰਕਸ ਦੀ ਡਿਮਾਂਡ ਜ਼ਿਆਦਾ ਰਹਿੰਦੀ ਹੈ, ਉਹਨਾਂ ਦੇ ਵਿੱਚ ਜਿਹੜੀਆਂ ਹੋਸਟ ਡਿਵਾਈਸਿਸ ਨੇ ਉਹ ਸ਼ਾਇਦ ਉਨੀਆਂ ਨਹੀਂ ਆਪਣੇ ਕੋਲ ਹੁੰਦੀਆਂ। ਹੁਣ ਫॉर एग्जांपल ਹੋਸਟ ਆਈਡੀ ਹੈ, ਇੱਥੇ ਦੇਖੋ ਤੁਸੀਂ, ਠੀਕ ਹੈ ਨਾ, ਹੋਸਟ ਆਈਡੀ ਆਪਣੇ ਕੋਲ ਇੱਥੇ ਹਰ ਇੱਕ ਨੈਟਵਰਕ ਦੇ ਵਿੱਚ ਕਿੰਨੀ ਹੋਊਗੀ 2⁻8। ਚਲੋ ਮੈਂ 2 ਆਈਪੀ ਐਡਰੈਸ ਇਹਨਾਂ ਚੋਂ ਮਾਈਨਸ ਵੀ ਕਰ ਦਿੰਦਾ, ਜਿਹੜਾ ਮੈਂ ਕਹਿੰਦਾ ਹੁੰਦਾ ਵੀ ਆਪਾਂ ਯੂਜ਼ ਨਹੀਂ ਕਰ ਸਕਦੇ, ਫਿਰ ਵੀ ਤੁਹਾਡੇ ਕੋਲ ਬਹੁਤ, ਠੀਕ ਹੈ, 2⁻8 ਕਿੰਨਾ ਹੁੰਦਾ ਹੈਗਾ, ਆਈ ਥਿੰਕ ਇਟ ਵਿਲ ਬੀ ਅਰਾਊਂਡ 512 ਔਰ 256 ਸਮਥਿੰਗ, ਕੁਛ ਇਦਾਂ ਦੀ ਰੇਂਜ ਹੁੰਦੀ ਹੈਗੀ, ਠੀਕ ਹੈ ਨਾ, ਚੈੱਕ ਕਰ ਲਿਓ। ਸੋ ਇਹ ਕਿੰਨੀ ਰੇਂਜ ਹੋਗੀ, ਤਾਂ ਇੱਕ ਨੈਟਵਰਕ ਦੇ ਵਿੱਚ ਤੁਸੀਂ ਇੰਨੇ ਡਿਵਾਈਸਿਸ ਅਟੈਚ ਕਰ ਸਕਦੇ, ਠੀਕ ਹੋ ਗਿਆ ਬੇਟਾ, ਕਲੀਅਰ ਹੈ? ਯੈਸ ਸਰ। ਸੋ ਇਹਦਾ ਇਹ ਲੌਜਿਕ ਸੀ ਨੈਟਵਰਕ ਆਈਡੀਜ਼ ਨੂੰ ਇਨਕਰੀਜ਼ ਕਰਨ, ਠੀਕ ਹੈ। ਸੋ ਨੈਟਵਰਕ ਆਈਡੀਜ਼ ਨੂੰ ਇਨਕਰੀਜ਼ ਕਰਨ ਦਾ ਇਹੀ ਲੌਜਿਕ ਸੀਗਾ ਕਿ ਆਪਾਂ ਨੈਟਵਰਕਸ ਜ਼ਿਆਦਾ ਬਣਾਉਣੀ ਰਿਕੁਆਇਰਮੈਂਟ ਬਣ ਜਾਂਦੀ ਹੈ ਆਪਣੀ ਕਿਸੇ ਟਾਈਮ ਤੇ ਜਾ ਕੇ, ਕਿਉਂਕਿ ਆਪਣੇ ਕੋਲ ਹਰ ਇੱਕ ਨੈਟਵਰਕ ਦੇ ਵਿੱਚ ਡਿਵਾਈਸਿਸ ਲਿਮਿਟਿਡ ਹੀ ਹੁੰਦੀਆਂ ਨੇ। ਆਪਾਂ ਪਤਾ ਕੀ ਕਰਦੇ ਹਾਂ, ਆਪਾਂ ਨੂੰ ਇਹ ਹੁੰਦਾ ਹੈ ਵੀ ਆਪਾਂ ਨਾ ਚੀਜ਼ਾਂ ਨੂੰ ਡੀਸੈਂਟਰਲਾਈਜ਼ ਕਰ ਦਿੰਦੇ ਹਾਂ, ਛੋਟੇ ਟੋਟਿਆਂ 'ਚ ਡਿਵਾਈਡ ਕਰ ਦਿੰਦੇ ਤਾਂ ਕਿ ਉਹਨਾਂ ਨੂੰ ਮੈਨੇਜ ਕਰਨਾ ਸੌਖਾ ਹੋਵੇ। ਹੁਣ ਅਗਰ ਇੱਕ ਵੱਡਾ ਨੈਟਵਰਕ ਹੈ, ਉਹਨੂੰ ਮੈਨੇਜ ਕਰਨਾ ਡਿਫਿਕਲਟ ਹੋਊਗਾ ਐਜ਼ ਕੰਪੇਅਰ ਟੂ ਸਮਾਲਰ ਨੈਟਵਰਕਸ, ਠੀਕ ਹੈ ਨਾ। ਸੋ ਦੈਟ ਇਜ਼ ਦ ਮੇਨ ਪਰਪਸ। ਹਾਂਜੀ ਕਲੀਅਰ ਹੈ ਬੇਟਾ ਇਸ ਤੱਕ ਸਾਰਿਆਂ ਨੂੰ? ਯੈਸ ਸਰ। ਯੈਸ ਸਰ। ਓਕੇ, ਨਾਓ ਮੂਵਿੰਗ ਔਨ ਟੂ ਦ ਨੈਕਸਟ ਵਨ। ਇਸ ਦੇ ਵਿੱਚ ਮੈਂ ਥੋੜਾ ਜਿਹਾ ਚੀਜ਼ ਹੀ ਕਵਰ ਕਰੂੰਗਾ, ਬਾਕੀ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਸੋ ਆ ਗਿਆ ਬੇਟਾ ਤੁਹਾਡੀ ਕਲਾਸਿਸ, ਠੀਕ ਹੈ। ਨਾਓ ਇੱਥੇ ਆ ਗਿਆ ਬੇਟਾ ਰੇਂਜ, ਇਹ ਰੇਂਜਸ ਆ ਗਈਆਂ ਬੇਟਾ ਸਾਰੀਆਂ। ਸੋ ਦਿਸ ਇਜ਼ 1 to 126, this is 128 to 191, 192 to 223, 224 to 239, 240 to 254, ਠੀਕ ਹੈ ਨਾ। ਸੋ ਇਹ ਆਪਣੇ ਕੋਲ ਆ ਗਈਆਂ ਡਿਫਰੈਂਟ ਰੇਂਜਸ, ਠੀਕ ਹੈ ਨਾ। ਸੋ ਇਹ ਆਪਣੇ ਕੋਲ ਰੇਂਜਸ ਕਿਵੇਂ ਕੈਲਕੂਲੇਟ ਕਰਦੇ ਆ, ਠੀਕ ਹੈ, ਕੀ ਉਹ ਹੈ, ਤੇ ਇਹਦੇ ਬਾਰੇ ਆਪਾਂ ਨੈਕਸਟ ਲੈਕਚਰ ਡਿਸਕਸ ਕਰਾਂਗੇ। ਮੈਂ ਇੱਕ ਵਾਰੀ ਫਿਰ ਸਿਰਫ ਤੁਹਾਨੂੰ ਇੱਥੇ ਟੇਬਲ ਦਾ ਵਿਊ ਦੇ ਰਿਹਾ ਹਾਂ ਕਿ ਇੱਥੇ ਕੀ ਚੀਜ਼ ਹੈ। ਉਸ ਤੋਂ ਬਾਅਦ ਆ ਜਾਂਦਾ ਬੇਟਾ ਸੈਕਿੰਡ ਜੋ ਹੈ ਦੈਟ ਇਜ਼ ਡਿਫਾਲਟ ਸਬਨੈਟ ਮਾਸਕ, ਠੀਕ ਹੈ। ਇਹ ਸਬਨੈਟ ਮਾਸਕ ਆਪਣੇ ਕੋਲ ਬੇਟਾ ਯੂਜ਼ ਹੁੰਦਾ ਹੈਗਾ, ਠੀਕ ਹੈ। ਇਹ ਆਪਾਂ ਨੈਟਵਰਕਸ ਦੇ ਨਾਲ ਨੈਟਵਰਕ ਆਈਡੀਜ਼ ਨੂੰ ਯੂਜ਼ ਕਰਕੇ ਕੈਲਕੂਲੇਟ ਕਰਦੇ ਹਾਂ। ਹਰ ਇੱਕ ਕਲਾਸ ਦਾ ਸਬਨੈਟ ਮਾਸਕ ਜਿਹੜਾ ਹੁੰਦਾ ਉਹ ਡਿਫਰੈਂਟ ਹੁੰਦਾ। ਸੋ ਇਹ ਦੇਖੋ ਪੈਟਰਨ ਤੁਸੀਂ ਆਬਜ਼ਰਵ ਕਰ ਸਕਦੇ ਹੋ ਕਿ ਪੈਟਰਨ ਕੀ ਹੈ ਇਸਦਾ। ਉਸ ਤੋਂ ਬਾਅਦ ਬੇਟਾ ਨੈਟਵਰਕ ਤੇ ਹੋਸਟ ਪੋਰਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਸਾਡੇ ਕੋਲ ਇੱਥੇ ਨੈਟਵਰਕ ਏ ਦੇ ਵਿੱਚ ਹੈ, ਏ ਦੇ ਵਿੱਚ ਤੁਸੀਂ ਦੇਖਿਆ ਸੀ ਨਾ ਵੀ ਜਿਹੜਾ ਪਹਿਲਾ ਸੀਗਾ ਸਾਰਾ ਨੈਟਵਰਕ ਹੈ, ਪਿਛਲਾ ਸਾਰਾ ਜਿਹੜਾ ਸੀਗਾ ਉਹ ਕਿਸੇ ਹੋਸਟ ਸੀ। ਹੋਸਟ ਤੇ ਕਿੰਨੀਆਂ ਬਿਟਸ ਸੀ ਆਪਣੇ ਕੋਲ, ਦੈਟ ਵਰ 24,
ठीक है ना। सो 8 बिट ਦਾ ऑक्टेट ਸੀਗਾ, सो इट वाज 8 8 and 8, ठीक है। सो 8 दिए 24 एंड सेकंड केस 8 and 8, दिस इज 16 एंड थर्ड केस ਦੇ ਵਿੱਚ इट इज ओनली 8, ठीक है। बाकी जो बचे दैट इज द पार्ट ऑफ द नेटवर्क, ठीक है, उसਨੂੰ ਅਸੀਂ ਨੈਟਵਰਕ ਦੇ ਪਾਰਟ ਚ ਜ਼ੂਮ ਕਰਦੇ ਹਾਂ। ਸੇਮ ਵਾਈਜ਼ ਬੇਟਾ ਇਸ ਦੇ ਵਿੱਚ ਆਪਾਂ ਇਸ ਦੀ ਵੀ ਡਿਵੀਜ਼ਨ ਕਰ ਸਕਦੇ ਹਾਂ। ਸੋ ਦਿਸ ਇਜ਼ ਆਲਸੋ ਦ ਨੈਟਵਰਕ ਐਂਡ ਦ ਹੋਸਟ ਪੋਰਸ਼ਨ ਦੀ ਜਿਹੜੀ ਰੇਂजेस ਨੇ ਉਹ ਨੇ। D and E ਦੇ ਕੇਸ ਚ ਕੁਝ ਵੀ ਚੀਜ਼ ਐਪਲੀਕੇਬਲ ਨਹੀਂ ਹੈ ਬਿਕੋਜ਼ these are not you can say that work in the similar manner as these classes, क्योंकि because in the case of D it is multicast addressing and in the case of E it is reserved for the future purpose, ठीक है। ਹੁਣ ਇੱਕ ਚੀਜ਼ ਇੱਥੇ ਦੇਖੋ, ਬਾਕੀ ਇਹਨਾਂ ਨੂੰ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਦੁਬਾਰਾ ਐਕਸਪਲੇਨ ਕਰੂੰਗਾ ਕੱਲ ਨੂੰ ਕੁਝ ਐਗਜ਼ਾਮਪਲਸ ਲੈ ਕੇ ਨਾਲ, ਠੀਕ ਹੈ, ਜਾਂ ਜਦੋਂ ਵੀ ਆਪਣਾ ਨੈਕਸਟ ਲੈਕਚਰ ਹੋਊਗਾ। ਸੋ ਟੋਟਲ ਨੰਬਰ ਆਫ ਨੈਟਵਰਕਸ, ਕਿਉਂਕਿ ਬੇਟਾ ਪਹਿਲੇ ਦੇ ਕੇਸ ਦੇ ਵਿੱਚ 7 ਬਿਟਸ ਨੇ, 1 ਇਜ਼ ਦਾ ਰਿਜ਼ਰਵ, ठीक है, आप 7 बिट्स ही लवांगे नेटवर्क दिया, सो इट इज 2 raised to power 7, that is 128, and in case of second it is 2 raised to power 14, which is 16,384, and in case of 21 it is how many you can assume, 20,97,151, so this is the network number of networks। so देख सकते हो बेटा इतने networks बहुत घट सी, इतने networks बहुत ज्यादा हो गए अपने को। then हर एक network के correspond host कितने हो सकते हैं, सो ये देख सकते हो ਤੁਸੀਂ। सो 24 2 raised to power 24 minus 2, फर्स्ट ਤੇ ਲਾਸਟ ਐਡਰੈਸ ਅਸੀਂ ਨਹੀਂ ਕਾਊਂਟ ਕਰਦੇ ਹੈਗੇ, ਦੇ ਆਰ ਰਿਜ਼ਰਵ ਫॉर ਪਰਪਸ, ਕਿਸੇ ਪਰਪਸ ਲਈ ਰਿਜ਼ਰਵ ਹੁੰਦੇ ਨੇ। ਸੇਮ ਵਾਈਜ਼ 2 raised to power 16, ਕਿਉਂਕਿ ਇੱਥੇ 16 ਬਿਟਸ ਹੋਣਗੀਆਂ, ਸੋ ਥੀਸ ਆਰ ਦ 16 ਬਿਟਸ ਹੋਸਟ ਦੀਆਂ, minus 2, and same wise this is 8 2 raised to power 8 minus 2, and this is this। so ਦੇਖੋ ਅਗਰ 20,97,151 ਨੈਟਵਰਕ ਨੇ ਤਾਂ ਇੰਨੇ ਨੈਟਵਰਕ ਦੇ हर एक नैटवर्क के कोल 254 होस्ट मिल सकते हैं। सो 250 तो तुसी पीसी किसी नैटवर्क ਦੇ ਵਿੱਚ ਬਹੁਤ ਘੱਟ ਦੇਖੋਗੇ, ठीक है। बहुत सारे इदां ਦੇ ਨੈਟਵਰਕਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹੱਦ 20 40 50 ਇੰਨਾ ਕੁ ਡਾਟਾ ਦੇਖੋਗੇ ਇੰਨੇ ਪੀਸੀਜ਼ ਜਾਂ ਡਿਵਾਈਸਿਸ। ਹਾਂਜੀ ਕਲੀਅਰ ਹੈ ਬੇਟਾ ਸਾਰਿਆਂ ਨੂੰ। ਬਾਕੀ ਮੈਨੂੰ ਦੁਬਾਰਾ ਐਕਸਪਲੇਨ ਕਰੂੰਗਾ ਕਿ ਇਹ ਰੇਂਜ ਕਿਵੇਂ, ਆ ਰੇਂਜ ਕਿਵੇਂ ਕੈਲਕੂਲੇਟ ਹੋਈ ਹੈ, ਸਬਨੈਟ ਮਾਸਕ ਦਾ ਰੋਲ ਕੀ ਹੈ, ਐਂਡ व्हाट इज दिस रेंज, ठीक है ना। सो ਇਹਨੂੰ ਆਪਾਂ ਦੁਬਾਰਾ ਵੀ ਐਕਸਪਲੇਨ ਕਰਾਂਗੇ ਨੈਕਸਟ ਲੈਕਚਰ। वैसे आइडिया क्लियर है जनरली व्हाट इज आईपी एड्रेस? यस सर। Yes, sir. definitely। ठीक है बेटा। सो